ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਡੰਡੋਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇਰਾ ਕੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ, ਚਬਰ ਛਤਰ ਤਖਤ ਦੇ ਮਾਲਿਕ, ਵਾਲੀਏ ਕੁਲ ਆਲਮ, ਮੁਜਸਮੇ ਆਬੇ ਹਯਾਤ, ਬਾਣੀ ਦੇ ਬੋਹਿਤ ਸ਼ਬਦਾ ਅਵਤਾਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਸਤਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਤਿਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ। ਮਹਾਰਾਜ ਔਰ ਆਪ ਜੀ ਨੇ ਅਸੀਸ ਬਖਸ਼ਣੀ ਹੈ ਕਿ ਆਪ ਜੀ ਦੀ ਆਪਣੀ ਹੀ ਵਿਚਾਰ ਹੈ, ਜੋ ਆਪ ਦਾਸ ਦੇ ਸਿਰ ਦੇ ਉੱਪਰ ਬਖਸ਼ਿਸ਼ ਭਰਿਆ ਮਿਹਰ ਭਰਿਆ ਹੱਥ ਰੱਖ ਕੇ ਆਪ ਹੀ ਕਰਵਾ ਲਵੋ। ਸਤ ਸੰਗਤ ਜੀ, ਆਓ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸ਼ਬਦ ਜਿਸ ਦੀ ਆਪਾਂ ਰਲ ਮਿਲ ਕੇ ਵਿਚਾਰ ਕਰਨੀ ਹੈ, ਇਹ ਸ਼ਬਦ ਭੱਟ ਹਰਬੰਸ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਔਰ ਸਵਈਆਂ ਦੇ ਸਿਰਲੇਖ ਦੇ ਅਧੀਨ ਜੋ ਬਾਣੀ ਚੱਲ ਰਹੀ ਹੈ, ਉਸ ਦਾ ਆਖਰੀ ਸਵਈਆ ਹੈ। 123 ਸਵਈਏ ਭੱਟ ਸਾਹਿਬਾਨਾਂ ਦੇ ਹਨ ਔਰ 20 ਸਵਈਏ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰੇ ਹੋਏ ਕੁੱਲ ਸਵਈਆਂ ਦੀ ਗਿਣਤੀ 143 ਹੈ। ਜਿਹੜਾ ਸਵਈਆ ਅੱਜ ਆਪਾਂ ਵਿਚਾਰ ਕਰਨ ਜਾ ਰਹੇ ਹਾਂ, ਉਸ ਸਵਈਏ ਦਾ ਮੂਲ ਪਾਠ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਅਸਥਾਨ ਦੇ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੋਂ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ। ਮੈਂ ਪਹਿਲਾਂ ਹੀ ਭਾਈ ਸਾਹਿਬ ਜੀ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ, ਜੋ ਪਿਛਲੇ ਸਮੇਂ ਇਹਨਾਂ ਦੇ ਉੱਪਰ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਹੈ, ਜੋ ਸੇਵਾ ਰਤਨ ਦਾ
ਸਨਮਾਨ ਹੈ ਉਹ ਭਾਈ ਸਾਹਿਬ ਜੀ ਦੀ ਝੋਲੀ ਦੇ ਵਿੱਚ ਧੰਨ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਤਰੁੱਟ ਕੇ ਪਾਇਆ ਹੈ। ਸਤ ਸੰਗਤ ਜੀ, ਅਗਰ ਆਪਾਂ ਇਸ ਰੂਹੇ ਜ਼ਮੀਨ ਤੇ ਆਏ ਹਾਂ, ਅਗਰ ਆਪਾਂ ਸਿੱਖ ਕੌਮ ਦੇ ਵਿੱਚ ਆਪਣਾ ਜਨਮ ਹੋਇਆ ਹੈ ਤੇ ਕੁਛ ਨਾ ਕੁਛ ਐਸਾ ਕਰਕੇ ਜਾਈਏ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਆਪਾਂ ਨੂੰ ਯਾਦ ਕਰੇ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੋ ਪ੍ਰਬੰਧ ਭਾਈ ਸਾਹਿਬ ਜੀ ਨੇ ਸੰਭਾਲਿਆ ਹੈ ਉਹਦੀ ਦਾਸਨੀ ਬਾਹਰ ਵੀ ਸਿਫਤ ਸਲਾਹ ਜਿਹੜੀ ਹੈ ਉਹ ਹੁੰਦੀ ਹੈ। ਪਿਛਲੀ ਵਾਰ ਵੀ ਆਇਆ ਸੀ ਤੇ ਕਿਸੇ ਸੱਜਣ ਨੇ ਕਿਹਾ ਸੀਗਾ ਕਿ ਜਿਤਨੇ ਪਾਠੀ ਸਿੰਘ ਹਨ ਉੱਪਰ ਸੇਵਾ ਕਰਦੇ ਹਨ, ਮੈਨੂੰ ਉੱਥੇ ਜਾ ਕੇ ਦਿਖਾਇਆ ਵੀ ਉਹਨਾਂ ਦੇ ਕਮਰੇ, ਉਹਨਾਂ ਦੀਆਂ ਅਲਮਾਰੀਆਂ, ਇਹ ਸਾਰਾ ਕੁਝ ਭਾਈ ਸਾਹਿਬ ਜੀ ਨੇ ਆਪ ਅੱਗੇ ਹੋ ਕੇ ਇਹ ਸੇਵਾ ਜਿਹੜੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਈ ਹੈ। ਔਰ ਹੁਣ ਇਸੇ ਤਰੀਕੇ ਨਾਲ ਭਾਈ ਸਾਹਿਬ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜੀ ਸੇਵਾ ਹੈ ਉਹ ਕਰਵਾ ਰਹੇ ਹਨ ਕਿ ਜਿਹੜੇ ਪਾਠੀ ਸਿੰਘ ਹਨ ਉਹਨਾਂ ਦਾ ਕਮਰਾ, ਉਹਨਾਂ ਦਾ ਬਿਸਤਰਾ, ਉਹਨਾਂ ਦਾ ਰਹਿਣ ਸਹਿਣ ਜਿਹੜਾ ਹੈ ਉਹ ਵਧੀਆ ਹੋਵੇ। ਸੋ ਆਓ ਅੱਜ ਦੇ ਸ਼ਬਦ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਦੋ ਵਿਚਾਰਾਂ ਆਪ ਜੀ ਦੇ ਨਾਲ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਇੱਕ ਵਿਲੱਖਣਤਾ ਹੈ। ਉਹ ਵਿਲੱਖਣਤਾ ਇਹ ਹੈ ਕਿ ਇਸ ਘਰ ਵਿੱਚ ਉਸ ਨੂੰ ਸਤਿਕਾਰਿਆ ਗਿਆ ਹੈ, ਉਸ ਨੂੰ ਸਨਮਾਨ ਦਿੱਤਾ ਗਿਆ ਹੈ ਜਿਹਦੇ ਅੰਦਰ ਸੇਵਾ ਦੀ ਭਾਵਨਾ ਹੈ ਔਰ ਜਿਹਦੇ ਅੰਦਰ ਸਮਰਪਤਾ ਹੈ, ਜਿਹੜਾ ਆਪਣੇ ਆਪ ਨੂੰ ਜਿਹਨੇ ਗੁਰੂ ਨੂੰ ਸਮਰਪਿਤ ਕੀਤਾ ਹੈ। ਇਸ ਘਰ ਦੀ ਵਿਲੱਖਣਤਾ ਹੈ ਤਖਤ ਬਹਿ ਤਖਤੇ ਕੀ ਲਾਇਕ, ਕਿਉਂਕਿ ਜੋ ਅੱਜ ਦਾ ਸ਼ਬਦ ਹੈ, ਅੱਜ ਦਾ ਜੋ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ ਉਹਦੇ ਵਿੱਚ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਜੋਤੀ ਜੋਤ ਦੀ ਗੱਲ ਹੋ ਰਹੀ ਹੈ ਔਰ ਧੰਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਸਿੰਘਾਸਨ ਦੇ ਉੱਪਰ ਬੈਠਣ ਦੀ ਗੱਲ ਹੋ ਰਹੀ ਹੈ, ਤਖਤ ਦੇ ਉੱਪਰ ਬੈਠਣ ਦੀ ਗੱਲ ਹੋ ਰਹੀ ਹੈ। ਦੋ ਵਿਚਾਰਾਂ ਇਸ ਸ਼ਬਦ ਦੇ ਵਿੱਚ ਹਨ, ਕਿਉਂਕਿ ਇਸ ਘਰ ਦੇ ਵਿੱਚ ਅਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸਾਨੂੰ ਕਿਹਾ ਹੈ ਕਿ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਤੇ ਅਸੀਂ ਇਸ ਗੱਲ ਨੂੰ ਮੰਨੀਏ। ਅਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਕੀ ਵਾਰ ਦੇ ਵਿੱਚ ਸਾਨੂੰ ਸਮਝਾਉਂਦੇ ਹਨ, ਮਹਾਰਾਜ ਕਹਿੰਦੇ ਹਨ ਲਿਖ ਨਾਵੇਂ ਧਰਮ ਬਹਾਲਿਆ, ਮਹਾਰਾਜ ਕਹਿੰਦੇ ਹਨ ਉੱਥੇ ਧਰਮ ਰਾਜ ਦੀ ਗੱਲ ਕਰਦੇ ਹਨ ਤੇ ਇਸ ਗੱਲ ਨੂੰ ਅਸੀਂ ਸਵੀਕਾਰ ਕਰੀਏ। ਦੂਸਰਾ, ਜੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਫਰਮਾਉਂਦੇ ਹਨ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਰਿਆ ਦੇ ਨਾਲ ਗੱਲ ਕਰਦੇ ਹਨ ਤੇ ਇਸ ਗੱਲ ਨੂੰ ਸਵੀਕਾਰ ਕਰੀਏ। ਜੇਕਰ ਬਾਬਾ ਫਰੀਦ ਜੀ ਕੋਇਲ ਦੇ ਨਾਲ ਗੱਲ ਕਰਦੇ ਹਨ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਇਸ ਗੱਲ ਨੂੰ ਅਸੀਂ ਸਵੀਕਾਰ ਕਰੀਏ। ਜੇਕਰ ਸਾਡੀ ਇਹ ਅਵਸਥਾ ਨਹੀਂ ਬਣੀ ਕਿ ਅਸੀਂ ਕੋਇਲ ਦੇ ਨਾਲ ਗੱਲ ਕਰ ਸਕੀਏ ਜਾਂ ਦਰਿਆ ਦੇ ਨਾਲ ਗੱਲ ਕਰ ਸਕੀਏ, ਤੇ ਇਹ ਨਾ ਕਹੀਏ ਕਿ ਇਹ ਇੱਕ ਉਦਾਹਰਨਾਂ ਦਿੱਤੀਆਂ ਹਨ ਸਮਝਾਉਣ ਦੀ ਖਾਤਰ, ਇਹ ਉਦਾਹਰਨਾਂ ਨਹੀਂ ਹਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜੋ ਬਾਣੀਕਾਰਾਂ ਨੇ ਲਿਖ ਦਿੱਤਾ ਉਹ ਪੂਰਨ ਸੱਚ ਹੈ, ਤੇ ਉਸ ਸੱਚ ਤੋਂ ਅਸੀਂ ਰੰਚਕ ਮਾਤਰ ਵੀ ਜਿਹੜਾ ਇੱਧਰ ਉੱਧਰ ਨਾ ਹੋਈਏ। ਗੁਰੂ ਨਾਨਕ ਦੇ ਘਰ ਦੀ ਵਿਲੱਖਣਤਾ ਕੀ ਹੈ? ਜਦੋਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10 ਪਾਤਸ਼ਾਹੀਆਂ ਤੱਕ ਜਦੋਂ ਗੁਰਤਾ ਗੱਦੀ ਦੇਣ ਦੀ ਰਸਮ ਆਈ ਹੈ ਨਾ, ਤੇ ਉਸ ਸਮੇਂ ਗੁਰਤਾ ਗੱਦੀ ਦਿੱਤੀ ਗਈ ਹੈ ਗੁਰ ਚੇਲੇ ਰਹਿ ਰਾਸ ਕਰ ਨਾਨਕ ਸਲਾਮਤ ਥੀਵ ਦੇ। ਗੁਰੂ ਸਾਹਿਬ ਨੇ ਆਪਣੀ ਹਯਾਤੀ ਦੇ ਵਿੱਚ ਗੁਰਤਾ ਗੱਦੀ ਦਾ ਸਿੰਘਾਸਨ ਜਿਹੜਾ ਉਹ ਅਗਲੇ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਆਪ ਦਿੱਤਾ। ਮਹਾਰਾਜ ਫਰਮਾਉਂਦੇ ਹਨ ਹੁੰਦੇ ਪ੍ਰਤੱਖ ਸਤ ਗੁਰੂ ਬਹਿਰਾਜ ਆਪ ਟਿਕਾਇਆ। ਬਹਿਰਾਜ ਆਪ ਗੁਰੂ ਜੀ
अपनी हयाती दे विच प्रतख हन, वो मौजूद हन और उन्होंने अपनी हयाती दे विच अपने हत्थां दे नाल गुरता गद्दी दा सिंघासन जिहड़ा वो अगले शरीर दे विच जां इंज कह लईए कि अपनी जिहड़ी जोत है, जो अपना जिहड़ा खजाना है, वो अगले शरीर दे विच धन धन गुरु साहिबान जी ने अपनी हयाती दे विच आप टिकाया। अज दा जो शब्द है उस दियां आरंभक वालियां पंक्तियां शुरू करन तो पहला जो पिछला सवैया आप करके गए हो, ਉਹਦੀ आखिरी पंक्ति ਨੂੰ ਨਾਲ ਲੈ ਕੇ ਚੱਲਾਂਗੇ, क्योंकि ਉਹ पंक्ति ਜਿਹੜੀ ਆ ਉਹ ਇੱਕ सवाल है और इस सवैये ਦੇ ਵਿੱਚ ਉਹਦਾ जवाब है। आखिरी पंक्ति ਸੀਗੀ जो आप जी ने कल सरवण कीती है, हरबंस जगत संचरियो सो कवन कहे श्री गुर मोयो। कौन कहता है कि गुरु जेड़ा वो मर गया है। साध संगत जी, गुरु ग्रंथ साहिब जी महाराज विच 3 किस्म की मौत का जिक्र किया गया। पहली मौत है शरीरक मौत, जिहड़ी सारियां नूं आउणी है, जिहदे बारे गुरु ग्रंथ साहिब जी कहते राम गयो रावण गयो जाको बहु परवार। जो भी इस रूहे जमीन ते आया, चाहे कोई भी है, उसका शरीर जिहड़ा इस संसार तो चलिया गया। जिन्हों महाराज कहते राम गयो रावण गयो जाको बहु परवार। महाराज दूसरी मौत जिहड़ी आ वो मौत है, महाराज कहते अध्यात्मक मौत। वो मौत के बारे धन धन गुरु नानक देव जी महाराज जिक्र करते हैं, आखां जीवा विसरे मर जाऊं। जिस दिन मैं नितनेम नहीं किया, मैं कट्टो कट नितनेम की गल करा, जिस दिन नितनेम नहीं किया, जिस दिन बाणी नहीं पढ़ी, महाराज कहते उस दिन तेरे अंदर सवास तो चलते हैं, लेकिन ये सवास इस तरह हैं कि सवास चलन के बावजूद भी तू एक चलती फिरदी एक लाश है। महाराज फरमाते आखां जीवा विसरे मर जाऊं। तीसरी मौत का जिक्र महाराज करते हैं, जिहड़ी इत्थे कहते हैं हरबंस जगत संचरियो सो कवन कहे श्री गुर मोयो। वो तीसरी मौत है शब्द मरो फिर जीवो सद ही। जदों तू शब्द दे विच अपने आप नूं मारेगा, शब्द नूं अपनी जिंदगी का आधार बनावेगा, वो जिहड़ा शब्द है तेरा पुराना जीवन जिहड़ा खत्म करके तेनू एक नवा जीवन जिहड़ा वो दे देवेगा। जिन्हों महाराज कहते शब्द मरो फिर जीवो सद ही, तां फिर मरण ना होई। फिर तेरी जड़ी मौत है ना वो कदी भी नहीं होवेगी। महाराज फरमाते सीगे हरबंस जगत संचरियो सो कवन कहे श्री गुर मोयो। गुरु साहिबान शब्द मरो फिर जीवो सद ही, तां फिर मरण ना होई। क्योंकि शरीरक रूप दे विच तां आउणा जाना बनिया ही है, वो तां सारियां ने चलिया जाना है। चाहे कोई राजा है, चाहे कोई रंक है, चाहे कोई भगत है, चाहे कोई गुरु है, लेकिन शब्द दे विच जिन्हें अपने आप नू मार लिया, शब्द नू अपनी जिंदगी विच बसा लिया, अपने हिरदे विच बसा लिया, महाराज कहते तां फिर मरण ना होई, फिर ओदी कदी मौत नहीं। अज दा जो सवैया ओदियां आरंभक वालियां पंक्तियां, देवपुरी मह गयो आप परमेश्वर भायो। इहो ही परिपूर्ण परमात्मा नू चंगा लगा सी। देवपुरी मैं गयो। तन तन गुरु रामदास जी महाराज, उन्हां दे अपने 3 साहिबजादे, सब तो वड्डे बाबा प्रिथी चंद जी, उन्हां तो बाद बाबा महादेव जी, उन्हां तो बाद तन तन गुरु अर्जुन देव जी महाराज, जिन्हां दे विच पंजवीं शरीर दे विच जोत धन धन गुरु रामदास जी महाराज ने टिकाई। लाहौर की धरती तो सिहारी मल गुरु रामदास जी महाराज के रिश्ते दे विचों उन्हां दे भराता वो आए हैं। उन्होंने आके गुरु रामदास जी महाराज नूं बेनती की है, गुरु जी बच्चे की शादी है, आप दे भतीजे की शादी है,
ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਦੇ ਆਨੰਦ ਕਾਰਜ ਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖੋ ਔਰ ਆਨੰਦ ਕਾਰਜ ਦੇ ਵਿੱਚ ਆਪ ਜੀ ਸ਼ਾਮਲ ਹੋਵੋ ਤੇ ਜੋੜੀ ਨੂੰ ਸੁਭਾਗ ਜੋੜੀ ਨੂੰ ਤੁਸੀਂ ਅਸੀਸ ਦੇਵੋ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸੋਚ ਵਿਚਾਰ ਕਰਕੇ ਉਹਨਾਂ ਨੂੰ ਕਿਹਾ, ਕਹਿੰਦੇ ਸਿਹਾਰੀ ਮਲ, ਜੇਕਰ ਮੈਂ ਤੁਹਾਡੇ ਨਾਲ ਗਿਆ, ਲਾਹੌਰ ਗਿਆ ਤੇ ਕੁਦਰਤੀ ਗੱਲ ਹੈ ਮੇਰੇ ਨਾਲ ਸੰਗਤ ਵੀ ਜਾਵੇਗੀ, ਸੰਗਤ ਉੱਥੇ ਇਕੱਠੀ ਹੋ ਜਾਵੇਗੀ ਤੇ ਇਸ ਕਰਕੇ ਆਪ ਜੀ ਦੇ ਲਈ ਮੁਸ਼ਕਲ ਹੋ ਜਾਵੇਗੀ। ਦੂਸਰਾ, ਅੰਮ੍ਰਿਤਸਰ ਦੀ ਧਰਤੀ ਤੇ ਕੁਝ ਕਾਰਜ ਆਰੰਭੇ ਹੋਏ ਹਨ, ਇਸ ਕਰਕੇ ਮੈਂ ਨਹੀਂ ਜਾ ਸਕਦਾ ਤੇ ਮੈਂ ਇਸ ਤਰ੍ਹਾਂ ਕਰਦਾ ਹਾਂ, ਮੈਂ ਆਪਣੇ ਪੁੱਤਰਾਂ ਦੇ ਵਿੱਚੋਂ ਆਪਣੇ ਪੁੱਤਰਾਂ ਨੂੰ ਭੇਜ ਦਿੰਦਾ ਹਾਂ। ਕਹਿੰਦੇ ਠੀਕ ਹੈ, ਬਹੁਤ ਵਧੀਆ ਹੋਵੇਗਾ ਜੇ ਤੁਸੀਂ ਤਿੰਨਾਂ ਪੁੱਤਰਾਂ ਨੂੰ ਭੇਜ ਦੇਵੋ। ਤੇ ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਾ, ਤਿੰਨਾਂ ਪੁੱਤਰਾਂ ਨੂੰ ਨਹੀਂ, ਇੱਕ ਪੁੱਤਰ ਜਿਹੜਾ ਉਹ ਜਾਵੇਗਾ। ਚਲੋ ਪਹਿਲਾਂ ਬਾਬਾ ਪ੍ਰਿਥੀ ਚੰਦ ਜੀ ਨੂੰ ਪੁੱਛਿਆ ਤੇ ਪ੍ਰਿਥੀ ਚੰਦ ਨੇ ਤੇ ਕਹਿ ਦਿੱਤਾ ਕਿ ਗੁਰੂ ਰਾਮਦਾਸ ਜੀ, ਗੁਰੂ ਸਾਹਿਬ ਜੀ, ਪਿਤਾ ਜੀ, ਜੇਕਰ ਮੈਂ ਚਲਾ ਗਿਆ ਤੇ ਅੰਮ੍ਰਿਤਸਰ ਦਾ ਪ੍ਰਬੰਧ ਹੀ ਖਤਮ ਹੋ ਜਾਵੇਗਾ, ਜੇਕਰ ਮੈਂ ਚਲਾ ਗਿਆ ਤੇ ਗੁਰੂ ਘਰ ਨੂੰ ਤਾਲੇ ਲੱਗ ਜਾਣਗੇ, ਇਸ ਲਈ ਮੈਂ ਤੇ ਨਹੀਂ ਜਾ ਸਕਦਾ, ਕਿਉਂਕਿ ਉਹਦੇ ਅੰਦਰ ਖੋਟ ਸੀ, ਕਿਤੇ ਮੈਂ ਚਲਾ ਗਿਆ ਤੇ ਬਾਅਦ ਵਿੱਚ ਗੁਰਤਾ ਗੱਦੀ ਕਿਸੇ ਹੋਰ ਪੁੱਤਰ ਨੂੰ ਨਾ ਗੁਰੂ ਸਾਹਿਬ ਜੀ ਦੇ ਦੇਣ। ਬਾਬਾ ਮਹਾਦੇਵ ਜੀ ਨੂੰ ਪੁੱਛਿਆ ਗਿਆ, ਉਹਨਾਂ ਨੇ ਵੀ ਇਨਕਾਰੀ ਕਰ ਦਿੱਤੀ ਕਿ ਮੈਂ ਰਿਸ਼ਤੇਦਾਰੀਆਂ ਤੇ ਪਰਿਵਾਰਾਂ ਤੋਂ ਕੀ ਲੈਣਾ, ਮੈਨੂੰ ਤਾਂ ਕੋਈ ਇਹਨਾਂ ਦੀ ਲੋੜ ਨਹੀਂ। ਫਿਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛਿਆ ਗਿਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਇਹ ਤਾਂ ਆਨੰਦ ਦਾ ਕਾਰਜ ਹੈ, ਇਹ ਤਾਂ ਖੁਸ਼ੀ ਦਾ ਕਾਰਜ ਹੈ। ਕਹਿੰਦੇ ਪਿਤਾ ਗੁਰੂ ਜੀ, ਤੁਸੀਂ ਕਿਤੇ ਕੋਈ ਐਸਾ ਕਾਰਜ ਵੀ ਕਹੋ ਜਿਹਦੇ ਤੇ ਮੈਨੂੰ ਆਪਣਾ ਆਪ ਬਲੀਦਾਨ ਕਰਨਾ ਪੈ ਜਾਵੇ, ਮੈਂ ਉਹ ਵੀ ਆਪ ਜੀ ਦੇ ਆਖੇ ਲਾ ਕੇ ਉਹ ਵੀ ਕਾਰਜ ਸੰਪੂਰਨ ਕਰਾਂਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਦੀ ਧਰਤੀ ਤੋਂ ਚੱਲਣ ਲੱਗੇ ਹਨ ਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਾ, ਪੁੱਤਰ ਇੱਕ ਗੱਲ ਦਾ ਖਿਆਲ ਕਰੀ, ਤੂੰ ਚੱਲਿਆ ਹੈ ਆਨੰਦ ਕਾਰਜ ਵਾਸਤੇ, ਆਨੰਦ ਕਾਰਜ ਹੋ ਜਾਣੇ ਹਨ, ਇਹ ਨਾ ਹੋਵੇ ਤੂੰ ਆਨੰਦ ਕਾਰਜ ਤੋਂ ਬਾਅਦ ਵਾਪਸ ਆ ਜਾਵੇਂ। ਇੱਕ ਮੇਰੀ ਗੱਲ ਸੁਣ, ਜਦੋਂ ਤੈਨੂੰ ਬੁਲਾਇਆ ਜਾਵੇ ਉਦੋਂ ਹੀ ਆਉਣਾ ਹੈ। ਸਾਧ ਸੰਗਤ ਜੀ, ਇੱਥੋਂ ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਦੀ ਸ਼ੁਰੂਆਤ ਉਹ ਇੱਥੋਂ ਹੋ ਰਹੀ ਹੈ, ਦ੍ਰਿੜਤਾ ਇੱਥੋਂ ਹੋ ਰਹੀ ਹੈ ਕਿ ਜਦੋਂ ਤੈਨੂੰ ਬੁਲਾਇਆ ਜਾਵੇ ਤੂੰ ਉਦੋਂ ਹੀ ਆਉਣਾ ਹੈ, ਆਪਣੀ ਮਰਜ਼ੀ ਦੇ ਨਾਲ ਤੂੰ ਨਹੀਂ ਆਉਣਾ। ਕਾਰਜ ਦੀ ਸੰਪੰਨਤਾ ਹੋਈ, ਕਾਫੀ ਸਮਾਂ ਹੋ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਚਲੋ ਹੱਲੇ ਗੁਰਤਾ ਗੱਦੀ ਤੇ ਨਹੀਂ ਬਿਰਾਜਮਾਨ ਸਨ, ਲੇਕਿਨ ਆਪਾਂ ਜਦੋਂ ਵੀ ਉਹਨਾਂ ਦੀ ਗੱਲ ਕਰਾਂਗੇ ਨਾਲ ਸ਼ਬਦ ਗੁਰੂ ਹੀ ਲਗਾ ਕੇ ਕਰਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਦਰ ਬਿਹਬਲਤਾ ਪੈਦਾ ਹੋਈ, ਉਹਨਾਂ ਦੇ ਅੰਦਰ ਤਾਂਗ ਪੈਦਾ ਹੋਈ। ਤੇ ਦੇਖੋ, ਤਾਂਗ ਮਾਂ ਨੂੰ ਮਿਲਣ ਵਾਸਤੇ ਨਹੀਂ ਪੈਦਾ ਹੋਈ, ਤਾਂਗ ਆਪਣੇ ਭਰਾਵਾਂ ਨੂੰ ਮਿਲਣ ਵਾਸਤੇ ਨਹੀਂ ਪੈਦਾ ਹੋਈ, ਤਾਂਗ ਆਪਣੇ ਪਿਤਾ ਨੂੰ ਮਿਲਣ ਵਾਸਤੇ ਨਹੀਂ ਪੈਦਾ ਹੋਈ, ਤਾਂਗ ਅੰਮ੍ਰਿਤਸਰ ਦੀ ਸੰਗਤ ਨੂੰ ਮਿਲਣ ਵਾਸਤੇ ਨਹੀਂ ਪੈਦਾ ਹੋਈ। ਉਹਨਾਂ ਦੀ ਆਪਣੀ ਬਾਣੀ ਹੈ, ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਉਹਨਾਂ ਦੇ ਅੰਦਰ ਤਾਂਗ ਕਾਦੇ ਵਾਸਤੇ ਪੈਦਾ ਹੋਈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਗੁਰੂ ਨੂੰ ਮਿਲਣ ਵਾਸਤੇ ਉਹਨਾਂ ਦੇ ਅੰਦਰ ਜਿਹੜੀ ਤਾਂਗ ਪੈਦਾ ਹੋਈ। ਮੇਰੇ ਕਹਿਣ ਤੋਂ ਭਾਵ, ਜਦੋਂ ਸਾਡੇ ਅੰਦਰ ਵੀ ਗੁਰੂ ਨੂੰ ਮਿਲਣ ਦੇ ਲਈ ਤਾਂਗ ਪੈਦਾ ਹੁੰਦੀ ਹੈ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਹਨ, ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਅੰਦਰ ਇੱਕ ਤਾਂਗ ਪੈਦਾ ਹੋਣੀ ਚਾਹੀਦੀ ਹੈ ਗੁਰੂ ਨੂੰ ਮਿਲਣ ਦੀ, ਅੰਦਰ ਇੱਕ ਬਿਹਬਲਤਾ ਪੈਦਾ ਹੋਣੀ ਚਾਹੀਦੀ ਹੈ ਗੁਰੂ ਨੂੰ ਮਿਲਣ ਦੀ, ਅੰਦਰ ਇੱਕ ਤੜਪ ਪੈਦਾ ਹੋਣੀ ਚਾਹੀਦੀ ਹੈ ਗੁਰੂ ਨੂੰ ਮਿਲਣ ਦੀ। ਉਹਨਾਂ ਦੇ ਅੰਦਰ ਜਿਹੜੀ ਬਿਹਬਲਤਾ ਪੈਦਾ ਹੋਈ, ਤੜਪ ਪੈਦਾ ਹੋਈ, ਤਾਂਗ ਪੈਦਾ ਹੋਈ, ਉਹ ਕਿਸੇ ਦੁਨਿਆਵੀ ਰਿਸ਼ਤੇਦਾਰਾਂ ਵਾਸਤੇ ਨਹੀਂ ਪੈਦਾ ਹੋਈ, ਉਹ ਪੈਦਾ ਹੋਈ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰੀਕੀ ਨਿਆਈ, ਤ੍ਰਿਖਾ ਨਾ ਉਤਰੇ ਸੰਤ ਨਾ ਆਵੇ, ਬਿਨ ਦਰਸ਼ਨ ਸੰਤ
ਪਿਆਰੇ ਜੀਓ। ਉਹਨਾਂ ਦੇ ਅੰਦਰ ਇਹ ਬਿਹਬਲਤਾ ਪੈਦਾ ਹੋਈ। ਚਲੋ ਇਤਿਹਾਸਕਾਰ ਲਿਖਦੇ ਹਨ ਉਹਨਾਂ ਨੇ 2 ਪੱਤਰਕਾਵਾਂ ਭੇਜੀਆਂ, 3 ਭੇਜੀਆਂ। ਇਹਨਾਂ ਪੱਤਰਕਾਵਾਂ ਨੂੰ ਹੀ ਬਾਅਦ ਵਿੱਚ ਬਾਣੀ ਦਾ ਰੂਪ ਜਿਹੜਾ, ਬਾਣੀ ਦਾ ਨਾਮ ਜਿਹੜਾ ਉਹ ਦਿੱਤਾ ਗਿਆ। ਉਹਨਾਂ ਨੇ ਪੱਤਰਕਾਵਾਂ ਭੇਜੀਆਂ। ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਨੂੰ ਲਾਹੌਰ ਦੀ ਧਰਤੀ ਤੋਂ ਬਾਬਾ ਬੁੱਢਾ ਜੀ ਨੂੰ ਭੇਜ ਕੇ ਮੰਗਾਇਆ। ਉਹਨਾਂ ਨੂੰ ਮੰਗਾਇਆ ਗਿਆ। ਜਦੋਂ ਮੰਗਾਇਆ ਗਿਆ ਤੇ ਪਤਾ ਲੱਗਿਆ, ਉਹਨਾਂ ਨੇ ਪਰਖਿਆ। ਪਰਖ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਪੂਰੇ ਉਤਰੇ ਤੇ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਗਿਆ। ਇਸ ਗੱਲ ਨੂੰ ਦੇਖ ਕੇ ਪ੍ਰਿਥੀ ਚੰਦ ਦੇ ਅੰਦਰ ਜਿਹੜਾ ਗੁੱਸਾ ਆ ਗਿਆ, ਉਹਨੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਝਗੜਾ ਕੀਤਾ, ਜਿਹਨੂੰ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿਨ ਸਿਓ ਝਗੜਤ ਪਾਪ। ਕਹਿੰਦੇ ਤੂੰ ਸਭ ਤੋਂ ਵੱਡਾ ਪਾਪੀ ਹੈ ਜਿਹੜਾ ਆਪਣੇ ਪਿਓ ਦੇ ਨਾਲ ਕਹਿੰਦੇ ਤੂੰ ਝਗੜਦਾ ਹੈ। ਖੈਰ ਆਪਾਂ ਅੱਗੇ ਚਲੀਏ। ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਆਪਣੇ ਪੁੱਤਰ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਇੱਥੇ ਭਾਈ ਗੁਰਦਾਸ ਜੀ ਇੱਕ ਬੜੀ ਪਿਆਰੀ ਵਾਰ ਲਿਖਦੇ ਆ। ਭਾਈ ਗੁਰਦਾਸ ਜੀ ਲਿਖਦੇ ਹਨ, ਦਿਚੈ ਪੂਰਬ ਦੇਵ ਨਾ ਜਿਸ ਦੀ ਵਸਤ ਤਿਸੇ ਘਰ ਆਵੇ। ਕਹਿੰਦੇ ਇਹ ਜਿਹੜਾ ਹੈ ਇਹ ਪਹਿਲਾਂ ਦਾ ਕਹਿੰਦੇ ਲਿਖਿਆ ਹੋਇਆ ਹੈ ਕਿ ਜਿਹੜੀ ਵਸਤੂ ਹੈ ਉਸਨੇ ਕਿਸ ਦੇ ਘਰ ਦੇ ਵਿੱਚ ਜਾਣਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ, ਦਿਚੈ ਪੂਰਬ ਦੇਵ ਨਾ ਜਿਸ ਦੀ ਵਸਤ ਤਿਸੇ ਘਰ ਆਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੇ। ਫਿਰ ਮਹਾਰਾਜ ਕਹਿੰਦੇ, ਦਿੱਤਾ ਲਈਏ ਆਪਣਾ। ਇਸ ਪੰਕਤੀ ਤੇ ਖਿਆਲ ਕਰੋ, ਦਿੱਤਾ ਲਈਏ ਆਪਣਾ, ਅਨ ਦਿੱਤਾ ਕਿਛ ਹੱਥ ਨਾ ਆਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਆਪ ਨੂੰ ਸੇਵਾ ਜਿਹੜੀ ਸਮਰਪਣ ਕੀਤੀ ਹੈ। ਦਿੱਤਾ ਲਈਏ ਆਪਣਾ, ਅਨ ਦਿੱਤਾ ਕਿਛ ਹੱਥ ਨਾ ਆਵੇ। ਤੇ ਭਾਈ ਗੁਰਦਾਸ ਜੀ ਫਰਮਾਉਂਦੇ, ਫਿਰ ਆਈ ਕਰ ਅਰਜਨੇ। ਫਿਰ ਆਈ ਉਹ ਜਿਹੜੀ ਗੁਰਤਾ ਗੱਦੀ ਸੀ ਅਰਜਨ ਦੇ ਘਰ ਚ ਆਈ, ਅਰਜਨ ਦੇ ਹਿਰਦੇ ਵਿੱਚ ਆਈ। ਫਿਰ ਆਈ ਕਰ ਅਰਜਨੇ, ਪੁੱਤ ਸੰਸਾਰੀ ਗੁਰੂ ਕਹਾਵੇ। ਪੁੱਤ ਪਹਿਲਾਂ ਸੰਸਾਰੀ ਸੀ, ਲੇਕਿਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅੱਜ ਜਿਹੜਾ ਪੁੱਤ ਹੈ ਉਹ ਗੁਰੂ ਬਣ ਕੇ ਸਿੰਘਾਸਣ ਦੇ ਉੱਪਰ ਬੈਠ ਗਿਆ। ਮਾਂ ਭਾਈ ਗੁਰਦਾਸ ਜੀ ਇਸ ਗੱਲ ਤੇ ਮੋਹਰ ਲਾਉਂਦੇ ਆ, ਫਿਰ ਆਈ ਕਰ ਅਰਜਨੇ, ਪੁੱਤ ਸੰਸਾਰੀ ਗੁਰੂ ਕਹਾਵੇ। ਗੁਰੂ ਜਦੋਂ ਗੁਰੂ ਅਰਜਨ ਦੇਵ ਜੀ ਨੇ, ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਆਪਣੇ ਪੁੱਤਰ ਨੂੰ ਸਿੰਘਾਸਣ ਦੇ ਉੱਪਰ ਬਿਰਾਜਮਾਨ ਕੀਤਾ ਤੇ ਉਸ ਤੋਂ ਕੁਝ ਕੀ ਦਿਨਾਂ ਬਾਅਦ ਗੁਰੂ ਰਾਮਦਾਸ ਜੀ ਨੇ ਕਿਹਾ, ਪੁੱਤਰ ਇੱਕ ਮੈਂ ਤੇਰੇ ਅੱਗੇ ਅਰਜ਼ ਕਰਨਾ ਚਾਹੁੰਦਾ। ਪਿਤਾ ਜੀ ਬੋਲੋ। ਪਿਤਾ ਜੀ ਹੁਕਮ ਕਰੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ, ਪੁੱਤ ਮੈਨੂੰ ਗੋਇੰਦਵਾਲ ਦੀ ਧਰਤੀ ਤੇ ਲੈ ਜਾ। ਕਿਉਂਕਿ ਪੰਕਤੀ ਹੈ, ਦੇਵਪੁਰੀ ਮੈਂ ਗਇਓ, ਇੱਥੋਂ ਹੁਣ ਦੇਵਪੁਰੀ ਮੈਂ ਗਇਓ। ਕਹਿੰਦੇ ਪੁੱਤ ਮੈਨੂੰ ਗੋਇੰਦਵਾਲ ਦੀ ਧਰਤੀ ਤੇ ਲੈ ਜਾ। ਤੇ ਉੱਥੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੁੱਛਿਆ, ਕਹਿੰਦੇ ਪਿਤਾ ਜੀ ਗੋਇੰਦਵਾਲ ਹੀ ਕਿਉਂ ਜਾਣਾ ਚਾਹੁੰਦੇ ਹੋ? ਫਿਰ ਉੱਥੇ ਫਿਰ ਇਤਿਹਾਸਕਾਰ ਲਿਖਦੇ, ਵਿਦਵਾਨ ਲਿਖਦੇ, ਬੜੇ ਇਹਨੂੰ ਸ਼ਿੰਗਾਰ ਕੇ ਲਿਖਦੇ, ਕਹਿੰਦੇ ਗੋਇੰਦਵਾਲ ਦੀ ਧਰਤੀ ਇੱਕ ਐਸੀ ਹੈ ਜਿੱਥੇ ਮੇਰੀ ਨਾਨੀ ਨੇ ਮੇਰੀ ਬਾਂਹ ਜਿਹੜੀ ਸੀ ਗੁਰੂ ਅਮਰਦਾਸ ਨੂੰ ਫੜਾਈ। ਮੈਂ ਤਾਂ ਗੋਇੰਦਵਾਲ ਦੀ ਧਰਤੀ ਤੇ ਜਾਣਾ ਚਾਹੁੰਦਾ। ਗੋਇੰਦਵਾਲ ਦੀ ਧਰਤੀ ਐਸੀ ਹੈ ਜਿੱਥੇ ਮੈਨੂੰ ਭਾਨੀ ਵਰਗੀ ਜੀਵਨ ਸਾਥਣ ਮਿਲੀ। ਮੈਂ ਤਾਂ ਉਸ ਧਰਤੀ ਤੇ ਜਾਣਾ ਚਾਹੁੰਦਾ। ਗੋਇੰਦਵਾਲ ਦੀ ਧਰਤੀ ਐਸੀ ਹੈ ਜਿੱਥੇ ਗੁਰੂ ਅਮਰਦਾਸ ਨੇ ਮੇਰੇ ਸਿਰ ਦੇ ਉੱਪਰੋਂ ਮਿੱਟੀ ਦੀ ਟੋਕਰੀ ਪਰੇ ਕਰਕੇ ਗੁਰਿਆਈ ਦਾ ਛਤਰ ਸਿੰਘਾਸਨ ਜਿਹੜਾ ਸੀਗਾ ਉਹ ਮੇਰੇ ਸਿਰ ਦੇ ਉੱਪਰ ਸਜਾਇਆ। ਮੈਂ ਤਾਂ ਗੋਇੰਦਵਾਲ ਜਾਣਾ ਚਾਹੁੰਦਾ ਹਾਂ। ਗੋਇੰਦਵਾਲ ਮੈਂ ਤਾਂ ਜਾਣਾ ਚਾਹੁੰਦਾ ਹਾਂ, ਉੱਥੇ ਮੈਂ ਕਿਸੇ ਸਮੇਂ ਬੋਲਿਆ ਸੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ,
गुरु सतगुरु संग कीरे हम थापे। उत्थे मैं तां जाना चाहुंदा कि गुरु दा संग करके मेरे वर्गे कीड़े नूं भी गुरु अमरदास जी महाराज ने थाप दिता सीगा। मैं उत्थे तां जाना चाहुंदा, गोइंदवाल दी धरती ते मैं तां जाना चाहुंदा क्योंकि मेरे घर दे विच 3 पुत्रां दा जिहड़ा आगमन जिहड़ा ओ गोइंदवाल दी धरती ते होया। इसलिए पुत मैं अपने शरीर नूं समेटना चाहुंदा, इसलिए मैनूं गोइंदवाल दी धरती ते लै जा। गुरु अर्जन देव जी महाराज नाल बाबा बुड्ढा जी नाल माता भानी जी, ये सारे ही अमृतसर दी धरती तो नाल कुछ सिख ਜਿਹੜੇ ਸੀ ਗੋਇੰਦਵਾਲ ਦੀ ਧਰਤੀ ਨੂੰ ਚੱਲ ਪਏ। ਗੋਇੰਦਵਾਲ ਦੀ ਧਰਤੀ ਤੇ ਇਤਿਹਾਸ ਲਿਖਦਾ 28 ਅਗਸਤ 28 ਅਗਸਤ ਨੂੰ ਜਿਹੜਾ ਸੀਗਾ 28 ਅਗਸਤ ਨੂੰ ਉੱਥੋਂ ਚੱਲੇ ਆ। 29 ਨੂੰ 29 ਤੇ 30 ਤੇ 31 ਗੁਰੂ ਰਾਮਦਾਸ ਜੀ ਮਹਾਰਾਜ 1 ਸਤੰਬਰ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਿਹੜਾ ਆਪਣਾ ਆਸਨ ਬਣਵਾਇਆ ਸੀ ਸਿੱਖਾਂ ਨੂੰ ਕਹਿ ਕੇ, ਉਹ ਜਿਹੜੇ ਆਸਨ ਦੇ ਉੱਪਰ ਜਾ ਕੇ ਬਿਰਾਜਮਾਨ ਹੋ ਗਏ ਔਰ ਚਿੱਟੀ ਚਾਦਰ ਜਿਹੜੀ ਤਾਣ ਕੇ ਉਹਨਾਂ ਨੇ ਲੱਤਾਂ ਤੋਂ ਆਪਣੇ ਪੈਰਾਂ ਤੋਂ ਆਪਣੇ ਸਿਰ ਤੱਕ, ਇਸ ਨੂੰ ਦੇਖ ਕੇ ਮਾਤਾ ਭਾਨੀ ਜੀ ਨੇ ਉਹਨਾਂ ਨੂੰ ਡੰਡੌਤ ਕੀਤੀ, ਉਹਨਾਂ ਨੂੰ ਨਮਸਕਾਰ ਕੀਤੀ ਔਰ ਉਹਨਾਂ ਨੇ ਆਪਣਾ ਜਿਹੜਾ ਚੋਲਾ ਸੀਗਾ ਉਹ ਸਮੇਟ ਲਿਆ। ਤੇ ਭਾਈ ਸਾਹਿਬ ਜੀ ਪਟ ਸਾਹਿਬਾਨ ਕਹਿੰਦੇ महाराज कहते देवपुरी मैं गयो, इहो ही कहते परिपूर्ण परमात्मा नूं कहते पाउंदा सीगा। देवपुरी मैं गयो आप परमेश्वर पायो, इहो ही पाउंदा सीगा। हर सिंघासन दियो श्री गुर तह बिठायो। हुण परमात्मा ने की कीता कि अपना सिंघासन जिहड़ा सी ओह छड्ड के ते उत्थे गुरु रामदास जी नूं बिठा दिता। और इहदे बारे मैं आप जी दे नाल जदों गुरु रामदास जी महाराज इस रूहे जमीन ते सन, उस समय रामकली की वार पढ़ के देखो। रामकली की वार भी कह रही है धन धन रामदास गुर जिन सिरिया जे रूहे जमीन ते हन। उस समय भी परिपूर्ण परमात्मा ने गुरु रामदास जी नूं गुरता गद्दी ते विराजमान किया। भाई अपने रामकली की वार विच बाबा सत्ता जी फरमाउंदे हन धन धन रामदास गुर जिन सिरिया तिने सवारिया, पूरी होई करामात आप सिरजनहारे धारिया। ते फिर होया कि सिक्खी अते संगति पार भ्रम कर नमस्कारिया। सिखां ने अते संगतां ने धन धन गुरु रामदास जी नूं परमात्मा दा रूप ही जान के उन्हां दे पैरां दे विच उन्हां ने मत्था टेक दिता, उन्हां दे चरनां दे विच उन्हां ने डंडौत कर दिती। इत्थे महाराज इत्थे पट साहिबान फरमाउंदे हन हर सिंघासन दियो श्री गुर तह बिठायो। परमात्मा ने अपना सिंघासन दिता। मैं इहदे नाल ना एक होर भाई गुरदास जी नूं पुछना चाहांगा। गुरु भाई गुरदास जी ना एक सनातन मत की उदाहरण दिंदे आ। सनातन मत की एक साखी है, उहदे उत्ते भाई गुरदास जी मोहर लांदे आ। वो साखी की है? द्वारका दी नगरी दे श्री कृष्ण जी सिंघासन ते विराजमान हन ते श्री कृष्ण जी बहुत अमीर हन और दुनिया उन्हां नूं ਉਹ ਜਿਹੜੀ ਉਹਨਾਂ ਦੇ ਨਾਲ ਦੁਨੀਆ ਸਨਾਤਨ ਮਤ ਬਾਰੇ ਉਹਨਾਂ ਨੂੰ ਭਗਵਾਨ ਦਾ ਰੂਪ ਮੰਨਦੇ ਹਨ ਤੇ ਉਹਨਾਂ ਦੀ ਮਹਿਮਾ ਸੁਣ ਕੇ ਉਹਨਾਂ ਦਾ ਬਚਪਨ ਦਾ ਦੋਸਤ ਬਚਪਨ ਦਾ ਮਿੱਤਰ ਜਿਹੜਾ ਸੁਦਾਮਾ ਉਹਨੂੰ ਪਤਾ ਲੱਗਾ ਕਿ ਮੇਰਾ ਦੋਸਤ ਜਦੋਂ ਅਸੀਂ ਇਕੱਠੇ ਹੀ ਰਿਸ਼ੀ ਸੰਦੀਪਨੀ ਦੇ ਕੋਲੋਂ ਗੁਰੂ ਸੰਦੀਪਨੀ ਦੇ ਕੋਲੋਂ ਅਸੀਂ ਗੁਰੂ ਸਿੱਖਿਆ ਲੈਂਦੇ ਸਾਂ ਤੇ ਅਸੀਂ ਇਕੱਠੇ ਸੀਗੇ इकट्ठे पाठशाला जाते सीगे ते अज मैनू पता लगा कि मेरा मित्र जिहड़ा कृष्ण है वो द्वारका दी धरती दा राजा है, उत्थे सिंघासन ते विराजमान हन और लोग उसनू भगवान करके मनते हैं। क्यों ना मैं भी उहदे कोल जावां? आफ्टर ऑल मेरा दोस्त तां है ही है बचपन दा, मैं जाके देखदा कि मैनू पहचानदा भी है कि नहीं पहचानदा। हो सकता मैनू पहचाने ते मेरी गरीबी जिहड़ी है मेरी कंगाली जिहड़ी है वो कट दवे। क्योंकि सुदामा जिहड़ा सीगा
ਉਹ ਆਪਣੇ ਸ਼ਹਿਰ ਤੋਂ ਦਵਾਰਕਾ ਦੀ ਧਰਤੀ ਵੱਲ ਗਿਆ। ਜਦੋਂ ਦਵਾਰਕਾ ਦੀ ਧਰਤੀ ਵੱਲ ਗਿਆ ਤੇ ਜਾ ਕੇ ਉਹਨੇ ਸਿੰਘਾਸਨ ਤੇ ਬੈਠੇ ਸੀ, ਧੰਨ ਧੰਨ ਆਪਣੇ ਸਿੰਘਾਸਨ ਤੇ ਬੈਠੇ ਸੀਗੇ ਹਰ ਆਪਣੇ ਕ੍ਰਿਸ਼ਨ ਜੀ ਮਹਾਰਾਜ। ਜਦੋਂ ਕ੍ਰਿਸ਼ਨ ਜੀ ਮਹਾਰਾਜ ਬੈਠੇ ਤੇ ਉਹਨਾਂ ਦੇ ਦਰਬਾਰ ਨੂੰ ਜਾ ਕੇ ਕਿਹਾ, ਉਹਨਾਂ ਦੇ ਮੰਤਰੀ ਨੂੰ ਜਿਹੜਾ ਦਰਵਾਜ਼ੇ ਤੇ ਖੜਾ ਸੀ ਉਹਨੂੰ ਜਾ ਕੇ ਕਿਹਾ ਕਿ ਕ੍ਰਿਸ਼ਨ ਜੀ ਨੂੰ ਕਹੋ ਤੁਹਾਡਾ ਬਚਪਨ ਦਾ ਦੋਸਤ ਸੁਦਾਮਾ ਤੁਹਾਨੂੰ ਮਿਲਣ ਵਾਸਤੇ ਆਇਆ। ਬਚਪਨ ਦਾ ਦੋਸਤ ਸੁਦਾਮਾ ਤੁਹਾਨੂੰ ਮਿਲਣ ਵਾਸਤੇ ਆਇਆ। ਤੇ ਜਦੋਂ ਇਹ ਸੋਏ ਜਿਹੜੀ ਸੀਗੀ ਕ੍ਰਿਸ਼ਨ ਜੀ ਦੇ ਕੰਨਾਂ ਵਿੱਚ ਪਈ ਤੇ ਉਹਨਾਂ ਨੇ ਕੀ ਕੀਤਾ, ਉਹਦਾ ਪੂਰਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ ਵਾਰ ਦੇ ਵਿੱਚ ਲਿਖਦੇ। ਭਾਈ ਗੁਰਦਾਸ ਜੀ ਫਰਮਾਉਂਦੇ, ਬਹੁਤਾ ਨਗਰ ਦਵਾਰਕਾ, ਬਹੁਤਾ ਨਗਰ ਪਹੁੰਚ ਗਏ ਕਹਿੰਦੇ ਦਵਾਰਕਾ, ਬਹੁਤਾ ਨਗਰ ਦਵਾਰਕਾ, ਸਿੰਘ ਦਵਾਰ ਜਾਏ ਖਲੋਤਾ। ਜਿਹੜਾ ਦਰਬਾਨ ਸੀਗਾ ਉਹ ਉਹਨਾਂ ਦੇ ਦਰਬਾਰ ਦੇ ਬਾਹਰ ਜਿਹੜਾ ਸੀਗਾ ਖੜਾ ਸੀਗਾ। ਸਿੰਘ ਦਵਾਰ ਜਾਏ ਖਲੋਤਾ। ਫਿਰ ਕੀ ਹੋਇਆ, ਦੂਰੋਂ ਦੇਖ ਡੰਡੌਤ ਕਰ, ਦੂਰੋਂ ਦੇਖ ਡੰਡੌਤ ਕਰ, ਹਰ ਸਿੰਘਾਸਨ ਛੱਡ ਜੀ ਆਏ। ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਦੇਖਿਆ ਤੇ ਜਦੋਂ ਦੇਖਿਆ ਦੂਰੋਂ ਹੀ ਦੇਖ ਕੇ ਤੇ ਲਾਗੇ ਆ ਕੇ ਉਹਨਾਂ ਨੂੰ ਡੰਡੌਤ ਕੀਤੀ, ਉਹਨਾਂ ਨੂੰ ਬੰਦਨਾ ਕੀਤੀ ਔਰ ਆਪਣਾ ਸਿੰਘਾਸਨ ਜਿਹੜਾ ਛੱਡ ਕੇ ਉਹ ਆ ਗਏ, ਉਹਨਾਂ ਨੂੰ ਮਿਲਣ ਵਾਸਤੇ ਆ ਗਏ। ਫਿਰ ਕੀ ਹੋਇਆ, ਪਹਿਲੋਂ ਦੇ ਪਰਦਖਣਾ, ਪਹਿਲਾਂ ਕ੍ਰਿਸ਼ਨ ਜੀ ਨੇ ਉਹਨਾਂ ਦੀ ਪਰਦਖਣਾ ਕੀਤੀ, ਉਹਨਾਂ ਦਾ ਫੇਰਾ ਲਿਆ। ਪਹਿਲੋਂ ਦੇ ਪਰਦਖਣਾ, ਉਹਨਾਂ ਦੀ ਪਰਦਖਣਾ ਕਰਕੇ ਪੈਰੀ ਪੈ ਕੇ ਲੈ ਗਲ ਲਾਏ, ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ, ਆਪਣੇ ਦੋਸਤ ਨੂੰ ਮਿਲੇ। ਇਹਦੇ ਵਿੱਚੋਂ ਨਾ ਇੱਕ ਅਮੀਰ ਦੋਸਤ ਤੇ ਇੱਕ ਗਰੀਬ ਦੋਸਤ ਦੀ ਵੀ ਗੱਲ ਆਉਂਦੀ ਹੈ। ਦੇਖੋ, ਅਮੀਰ ਦੋਸਤ ਨੂੰ ਚਾਹੀਦਾ ਜੇ ਅੱਜ ਕੱਲ ਉਹਦੇ ਕੋਲ 4 ਕੌਡੀਆਂ ਹਨ, 4 ਪੈਸੇ ਹਨ ਤੇ ਆਪਣੇ ਕਿਸੇ ਦੋਸਤ ਦੀ ਉਹ ਮਦਦ ਕਰੇ। ਭਾਈ ਗੁਰਦਾਸ ਜੀ ਲਿਖਦੇ, ਪਹਿਲੋਂ ਦੇ ਪਰਦਖਣਾ ਪੈਰੀ ਪੈ ਕੇ ਲੈ ਗਲ ਲਾਏ, ਪੈਰੀ ਪੈ ਕੇ ਲੈ ਗਲ ਲਾਏ। ਫਿਰ ਅੱਗੇ ਭਾਈ ਗੁਰਦਾਸ ਜੀ ਲਿਖਦੇ ਹਨ, ਉਹਨਾਂ ਨੇ ਕੀ ਕੀਤਾ, ਚਰਨੋਦਕ, ਪੈਰ ਧੋਏ, ਉਹਨਾਂ ਦੇ ਚਰਨਾਂ ਦੇ ਪੈਰਾਂ ਨੂੰ ਉਹਨਾਂ ਦੇ ਚਰਨਾਂ ਨੂੰ ਉਹਨਾਂ ਨੇ ਧੋਇਆ। ਚਰਨੋਦਕ ਲੈ ਪੈਰ ਧੋਏ, ਸਿੰਘਾਸਨ ਉੱਤੇ ਬਿਠਾਏ ਤੇ ਆਪਣੇ ਦੋਸਤ ਨੂੰ ਸੁਦਾਮਾ ਨੂੰ ਉਹਨਾਂ ਨੇ ਆਪਣੇ ਸਿੰਘਾਸਨ ਦੇ ਉੱਪਰ ਬਿਠਾਇਆ। ਇੱਥੇ ਨਾ ਇੱਕ ਹਿੰਦੀ ਸਾਹਿਤਿਆ ਦਾ ਕਵੀ ਹੈ ਜੀ ਨਰੋਤਮ ਜੀ, ਕਵੀ ਨਰੋਤਮ, ਬਹੁਤ ਉਹਨਾਂ ਨੇ ਹਿੰਦੀ ਦੇ ਸਾਹਿਤ ਦੇ ਵਿੱਚ ਆਪਣਾ ਜਿਹੜਾ ਕਾਰਜ ਕੀਤਾ, ਆਪਣੀਆਂ ਕਵਿਤਾਵਾਂ ਲਿਖੀਆਂ। ਉਹ ਵੀ ਜਦੋਂ ਇਸ ਗੱਲ ਨੂੰ ਲਿਖਦੇ ਨਾ, ਉਹਨਾਂ ਦੇ ਲਿਖਣ ਦਾ ਆਪਣਾ ਇੱਕ ਅੰਦਾਜ਼ ਹੈ। ਉਹ ਲਿਖਦੇ ਹਨ, ਸੁਦਾਮਾ ਕੀ ਦੇਖ ਦੀਨ ਦਸ਼ਾ, ਸੁਦਾਮਾ ਦੀ ਗਰੀਬੀ ਦੇਖ ਕੇ ਕਰੁਣਾ ਕਰਕੇ ਕਰੁਣਾ ਨਿਧ ਰੋਏ, ਉਹਦੇ ਉੱਪਰ ਤਰਸ ਕਰਕੇ ਸ਼੍ਰੀ ਕ੍ਰਿਸ਼ਨ ਜੀ ਉਹਨਾਂ ਨੂੰ ਦੇਖ ਕੇ ਰੋਏ। ਸੁਦਾਮਾ ਕੀ ਦੇਖ ਦੀਨ ਦਸ਼ਾ, ਕਰੁਣਾ ਕਰਕੇ ਕਰੁਣਾ ਨਿਧ ਰੋਏ। ਤੇ ਫਿਰ ਕੀ ਕੀਤਾ, ਹੱਥ ਨਾ ਪਹੁੰਚੇ ਪਾਣੀਆਂ, ਕਹਿੰਦੇ ਉਹਨਾਂ ਦਾ ਹੱਥ ਜਿਹੜਾ ਸੀ ਨਾ, ਉਹ ਜਿਹੜਾ ਥਾਲ ਦੇ ਵਿੱਚ ਪਾਣੀ ਪਾਇਆ ਸੀ ਉਹਦੇ ਤੱਕ ਨਹੀਂ ਪਹੁੰਚਿਆ। ਤੇ ਫਿਰ ਕੀ ਹੋਇਆ, ਨੈਣੀ ਦੇਖ, ਨੈਣਾ ਦੇ ਨਾਲ ਨੈਣੀ ਰੋ ਕੇ ਪੱਗ ਧੋਏ। ਉਹਨਾਂ ਨੇ ਆਪਣੇ ਨੈਣਾ ਦੇ ਨਾਲ ਆਪਣੀਆਂ ਅੱਖਾਂ ਦੇ ਜਿਹੜਾ ਆਂਸੂ ਸੀਗਾ, ਉਨ ਆਂਸੂ ਦੇ ਨਾਲ ਉਹਨਾਂ ਦੇ ਚਰਨ ਧੋਏ। ਮੇਰੇ ਕਹਿਣ ਤੋਂ ਮਤਲਬ ਇੱਥੇ ਪਟ ਸਾਹਿਬਾਨ ਜੀ ਫਰਮਾਉਂਦੇ, ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬਿਠਾਇਓ। ਪਰਿਪੂਰਨ ਪਰਮਾਤਮਾ ਨੇ ਆਪਣਾ ਸਿੰਘਾਸਨ ਜਿਹੜਾ ਸੀ ਨਾ, ਉਹ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਦੇ ਦਿੱਤਾ ਔਰ ਉੱਥੇ ਬਿਠਾ ਦਿੱਤਾ। ਫਿਰ ਅੱਗੇ ਕੀ ਹੋਇਆ, ਮਹਾਰਾਜ ਫਰਮਾਉਂਦੇ ਹਨ, ਰਹੱਸ ਕਿਓ ਸੁਰਦੇਵ, ਜਿਹੜੇ ਉਥੋਂ ਦੇ ਦੇਵੀ ਤੇ ਦੇਵਤੇ ਸਨ ਉਹ ਆਨੰਦ ਵਿੱਚ ਆਏ। ਰਹੱਸ ਕਿਓ ਸੁਰਦੇਵ ਤੋਹੇ ਜਸ ਜੈ ਜੈ ਜੰਪੇ, ਔਰ ਉਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਜੈ ਜੈਕਾਰ ਕਰ ਰਹੇ ਹਨ। ਅਸੀਂ ਇੱਕ ਬਚਨ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਉਹ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਇਸ ਰੂਹੇ ਜ਼ਮੀਨ ਨੂੰ ਛੱਡ ਕੇ ਜਾਣ ਦੀ ਗੱਲ ਲਿਖਦੇ ਹਨ। ਮਹਾਰਾਜ ਫਰਮਾਉਂਦੇ ਹਨ, ਗੁਰੂ ਗੋਬਿੰਦ ਸਿੰਘ ਜੀ, ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ, ਤੇਗ ਬਹਾਦਰ
के चलत भयो जगत को शोक, है सब जग भयो जय 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 सुर लोक। जय 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 सुर लोक, ਉਹ ਇਸ ਮਾਤ ਲੋਕ ਦੀ ਗੱਲ ਵੀ ਕਰਦੇ ਹਨ ਤੇ ਪਰਲੋਕ ਦੀ ਗੱਲ ਵੀ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਇੱਕ ਪ੍ਰਮਾਣ ਇਹ ਹੈ ਕਿ ਜਿਹੜੇ ਸੁਰ ਲੋਕ ਹਨ, ਜਿਹੜੇ ਚੰਗੇ ਕੰਮ ਕਰਕੇ ਜਾਂਦੇ ਹਨ, ਉਹਨਾਂ ਦੀ ਜੈ ਜੈਕਾਰ ਕਰਦੇ। ਆਪਾਂ ਇਹਨੂੰ ਸਿੰਪਲ ਲੈ ਲਈਏ। ਬਾਬਾ ਕਬੀਰ ਜੀ ਤਾਂ ਇੱਥੋਂ ਤੱਕ ਫਰਮਾਉਂਦੇ ਆ, ਕਹਿੰਦੇ ਜਦੋਂ ਮੇਰਾ ਰੱਬ ਦੇ ਨਾਲ ਵਿਆਹ ਹੋਣ ਲੱਗਾ ਨਾ, ਕਹਿੰਦੇ ਬਾਬਾ ਕਬੀਰ ਜੀ ਉਹਨਾਂ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਤਨ ਰੈਨੀ ਮਨ ਪੁਨਰਪ ਕਰਹੂੰ ਪਾਂਚੋ ਤਤ ਬਾਰਾਤੀ, ਰਾਮ ਰਾਇ ਸਿਓ ਭਾਵਰ ਲੈਹੂੰ ਆਤਮ ਤਿਹ ਰੰਗ ਰਾਤੀ। ਬਾਬਾ ਕਬੀਰ ਜੀ ਕਹਿੰਦੇ ਜਦੋਂ ਮੇਰੇ ਫੇਰੇ ਹੋਣ ਲੱਗੇ ਨਾ, ਕਹਿੰਦੇ ਰੱਬ ਦੇ ਨਾਲ, ਉਸ ਸਮੇਂ ਕੀ ਹੋਇਆ, ਸੁਰ ਨਰ ਮੁਨਜਨ ਕੌਤਕ ਆਏ ਕੋਟ 33 ਉਜਾਨਾ। ਕਹਿੰਦੇ ਮੇਰੇ ਵਿਆਹ ਤੇ ਜਦੋਂ ਰੱਬ ਨਾਲ ਵਿਆਹ ਹੋਣ ਲੱਗਾ, ਪਰਮਾਤਮਾ ਨਾਲ ਵਿਆਹ ਹੋਣ ਲੱਗਾ, ਇਹ ਸਾਰੇ ਦੇਵਤੇ ਬਰਾਤੀ ਬਣ ਕੇ ਮੇਰੇ ਆਏ। ਕਹਿੰਦੇ ਇਹ ਬਾਬਾ ਕਬੀਰ ਜੀ ਦਾ ਭਗਤ ਕਬੀਰ ਜੀ ਦਾ ਬਚਨ ਹੈ, ਸੁਰ ਨਰ ਮੁਨਜਨ ਕੌਤਕ ਆਏ ਕੋਟ 33 ਉਜਾਨਾ। ਉਜਾਨਾ ਦਾ ਅਖਰੀ ਅਰਥ ਹੈ ਬਿਬਾਨ। ਜਿੱਦਾਂ ਆਪਾਂ ਹੁਣ ਬਰਾਤ ਤੇ ਜਾਂਦੇ ਆ ਤੇ ਗੱਡੀਆਂ ਲੈ ਕੇ ਜਾਂਦੇ ਨਾ, ਕਹਿੰਦੇ 33 ਕਰੋੜ ਦੇਵੀ ਦੇਵਤੇ ਜਿਹੜੇ ਸੀ ਨਾ, ਉਹ ਮੇਰੇ ਕਹਿੰਦੇ ਬਰਾਤ ਤੇ ਆਏ ਤੇ ਆਪਣੇ ਬਿਬਾਨ ਲੈ ਕੇ ਆਏ। ਬਾਬਾ ਕਬੀਰ ਜੀ ਫਰਮਾਉਂਦੇ, ਸੁਰ ਨਰ ਮੁਨਜਨ ਕੌਤਕ ਆਏ ਕੋਟ 33 ਉਜਾਨਾ, ਕਹੇ ਕਬੀਰ ਮੋਹਿ ਵਿਆਹੇ ਚਲੇ ਹੈ ਏਕ ਪੁਰਖ ਭਗਵਾਨਾ। ਕਹਿੰਦੇ ਮੈਨੂੰ ਵਿਆਹ ਕੇ ਕਹਿੰਦੇ ਲੈ ਚੱਲੇ ਆ, ਪਰਮਾਤਮਾ ਮੈਨੂੰ ਵਿਆਹ ਕੇ ਲੈ ਚੱਲਿਆ। ਮੇਰੇ ਕਹਿਣ ਤੋਂ ਭਾਵ ਕਿ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਹਿ ਬਿਠਾਇਓ, ਰਹਸ ਕੀਓ ਸੁਰਦੇਵ ਰਹਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੇ। ਜਿਹੜੇ ਸੁਰ ਲੋਕ ਹਨ ਉਹ ਜਦੋਂ ਚੰਗਾ ਕਾਰਜ ਕਰਕੇ ਜਾਂਦੇ ਹਨ, ਉਦੋਂ ਉਹਨਾਂ ਦੀ ਸਿਫਤ ਤੇ ਸਲਾਹ ਕਰਦੇ ਹਨ। ਤੇ ਗੁਰੂ ਰਾਮਦਾਸ ਜੀ ਮਹਾਰਾਜ ਤਾਂ ਆਪ ਹੀ ਹਨ। ਮਹਾਰਾਜ ਫਰਮਾਉਂਦੇ ਹਨ, ਪਟ ਸਾਹਿਬਾਨ ਉਹਨਾਂ ਦੀ ਜਦੋਂ ਸਿਫਤ ਕਰਦੇ ਹਨ ਨਾ, ਤੇ ਗੁਰੂ ਰਾਮਦਾਸ ਜੀ ਕਹਿੰਦੇ, ਤੂੰ ਸਤਿਗੁਰੂ ਚੌਂ ਜੁਗੀ ਆਪ ਆਪੇ ਪਰਮੇਸ਼ਰ, ਆਪ ਆਪੇ, ਇਹ ਉਹਨਾਂ ਦੀ ਸਿਫਤ ਕਰਦੇ ਹਨ। ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇਵਪੁਰੀ ਮੈਂ ਗਇਓ, ਮਹਾਰਾਜ ਕਹਿੰਦੇ ਜਦੋਂ ਦੇਵਪੁਰੀ ਚ ਗਏ, ਇਹ 3 ਜਿਹੜੀਆਂ ਪੰਕਤੀਆਂ ਸੀ ਨਾ, ਇਹ ਦੇਵਪੁਰੀ ਦੇ ਬਾਰੇ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਗਏ ਆ ਇਸ ਰੂਹੇ ਜ਼ਮੀਨ ਨੂੰ ਛੱਡ ਕੇ, ਉਸ ਸਮੇਂ ਦੀ ਮਹਾਰਾਜ ਉਸ ਸਮੇਂ ਦੀ ਪਾਠ ਸਾਹਿਬਾਨ ਗੱਲ ਕਰਦੇ। ਅਗਲੀ ਜਿਹੜੀ ਪੰਕਤੀ ਹੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੇ। ਹੁਣ ਅਸੁਰ ਦਾ ਕੀ ਅਰਥ ਹੈ? ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੇ, ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ। ਇੱਥੋਂ ਮੈਂ ਸ਼ਬਦ ਸਟਾਰਟ ਕਰਨਾ ਚਾਹੁੰਦਾ। ਕਾਟੇ ਸੋ ਪਾਪ ਤਿੰਨ ਨਰੋਂ ਕੇ, ਇਹ ਆਪਾਂ ਹੁਣ ਮਾਤਲੋਕ ਵਿੱਚ ਆ ਜਾਈਏ। ਹੇਠਾਂ ਇਹ ਜੋ ਮੈਂ ਸੋਚਿਆ ਇਸ ਸ਼ਬਦ ਦੇ ਬਾਰੇ, ਜਿਹੜੀਆਂ ਪਹਿਲੀਆਂ 3 ਪੰਕਤੀਆਂ ਸੀਗੀਆਂ ਉਹ ਪਰਲੋਕ ਦੇ ਬਾਰੇ ਸੀਗੀਆਂ, ਔਰ ਜਿਹੜੀਆਂ ਅਗਲੀਆਂ 3 ਪੰਕਤੀਆਂ ਉਹ ਮਾਤਲੋਕ ਦੇ ਬਾਰੇ। ਮਹਾਰਾਜ ਫਰਮਾਉਂਦੇ, ਕਾਟੇ ਸੋ ਪਾਪ ਤਿੰਨ ਨਰੋਂ ਕੇ ਰਾਮਦਾਸ ਗੁਰ ਰਾਮਦਾਸ ਜਿਨ ਪਾਇਓ। ਇੱਥੇ ਰੁਕੀ ਆਪਾਂ। ਜਿਸ ਦੇ ਹਿਰਦੇ ਦੇ ਵਿੱਚ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਵਾਸਾ ਹੋ ਗਿਆ, ਜਿਹਨੇ ਆਪਣੀ ਜ਼ਿੰਦਗੀ ਦਾ ਆਧਾਰ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਬਣਾ ਲਿਆ, ਜਿਸ ਨੇ ਜ਼ਿੰਦਗੀ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਿਧਾਂਤ ਨੂੰ ਅਪਣਾ ਲਿਆ, ਉਹਨਾਂ ਦੇ ਪਾਪ ਜਿਹੜੇ ਆ ਉਹ ਕੱਟੇ ਗਏ। ਉਹਨਾਂ ਦੇ ਪਾਪ ਜਿਹੜੇ ਆ ਕੱਟੇ ਗਏ। ਆਪਾਂ 1-2 ਪ੍ਰਮਾਣ ਲਈਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਮਾਣ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਸੇਵਾ ਕੀਤੀ, ਜਿਹਨੇ ਸਤਿਗੁਰ ਦੀ ਸੇਵਾ ਕੀਤੀ, ਉਹਨਾਂ ਦੇ ਪਾਪ ਜਿਹੜੇ ਆ ਖਤਮ ਹੋ ਗਏ। ਇੱਕ ਹੋਰ ਪ੍ਰਮਾਣ, ਗੁਰੂ ਰਾਮਦਾਸ ਜੀ ਮਹਾਰਾਜ ਦੀ ਸਿਫਤ ਦੇ ਵਿੱਚ ਪਾਠ ਸਾਹਿਬਾਨ ਫਰਮਾਉਂਦੇ ਆ, ਕੱਚੋ ਕੰਚਨ ਭਇਓ। ਦੇਖੋ, ਕੱਚ ਤੋਂ ਕੰਚਨ ਬਣਨਾ, ਪੁਰਾਣੀ ਜਿਹੜੀ ਬਿਰਤੀ ਆ ਉਹ ਖਤਮ ਹੋ ਗਈ। ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਨੇ ਸੁਣਿਓ, ਸ਼ਬਦ ਗੁਰ ਸਰਵਨੇ ਸੁਣਿਓ। ਮਹਾਰਾਜ ਕਹਿੰਦੇ, ਬਿਖਤੇ ਅੰਮ੍ਰਿਤ ਹੋਇਓ,
ਨਾਮ ਸਤ ਗੁਰਮੁਖ ਭਣਿਓ। ਮੇਰੇ ਅੰਦਰ ਪਹਿਲਾਂ ਵਿਸ਼ੇ ਤੇ ਵਿਕਾਰ ਸੀਗੇ, ਜਦੋਂ ਗੁਰੂ ਰਾਮਦਾਸ ਜੀ ਨਾਲ ਜੁੜਿਆ ਤੇ ਮਹਾਰਾਜ ਫਰਮਾਉਂਦੇ ਬਿਖ ਤੇ ਅੰਮ੍ਰਿਤ ਹੋਇਓ। ਜਿਹੜੇ ਵਿਸ਼ੇ ਵਿਕਾਰ ਸੀਗੇ, ਵਿਸ਼ੇ ਵਿਕਾਰ ਜਿਹੜੇ ਮਾੜੇ ਗੁਣ ਸੀਗੇ, ਉਹ ਜਦੋਂ ਬਦਲ ਗਏ, ਗੁਰੂ ਰਾਮਦਾਸ ਦੇ ਘਰ ਆਏ, ਗੁਰੂ ਰਾਮਦਾਸ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਉਸ ਸਮੇਂ ਦੈਵੀ ਗੁਣ ਆ ਗਏ, ਜਿਹਨੂੰ ਮਹਾਰਾਜ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ। ਇਹ ਗੁਰੂ ਦੇ ਅੰਦਰ ਸਮਰੱਥਾ ਹੈ। ਗੁਰੂ ਸਾਡੇ ਅੰਦਰਲੇ ਜਿਹੜੇ ਮਾੜੇ ਗੁਣ ਹੈ ਉਹਨਾਂ ਨੂੰ ਕੱਟ ਕੇ ਦੈਵੀ ਗੁਣ ਬਣਾ ਸਕਦਾ ਹੈ, ਬਣਾ ਦਿੰਦਾ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ। ਮਹਾਰਾਜ ਫਰਮਾਉਂਦੇ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਨੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭੰਨਿਓ, ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੇ। ਨਦਰ ਸਤਿਗੁਰ ਜਦ ਧਾਰੇ, ਕਾਟੇ ਸੋ ਪਾਪ ਤਿੰਨ ਨਰੋਂ ਕੇ। ਇੱਕ ਹੋਰ ਪ੍ਰਮਾਣ ਲਈਏ, ਗੁਰੂ ਰਾਮਦਾਸ ਜੀ ਮਹਾਰਾਜ ਦੀ ਸਿਫਤ ਦੇ ਵਿੱਚ ਇੱਕ ਹੋਰ ਸਵਈਆ ਜੀ। ਮਹਾਰਾਜ ਫਰਮਾਉਂਦੇ, ਪਟ ਸਾਹਿਬਾਨ ਫਰਮਾਉਂਦੇ, ਜੇ ਸਤਿਗੁਰ ਸਿਮਰੰਤ ਨਾਇਨ ਕੇ ਤਿਮਰ ਮਿਟੇ ਖਿਨ। ਬੜੇ ਧਿਆਨ ਦੇ ਨਾਲ ਇਸ ਪੰਕਤੀ ਸੁਣਿਓ। ਮੇਰੀਆਂ ਅੱਖਾਂ ਦੇ ਉੱਪਰ ਗਫਲਤ ਦੀ ਨੀਂਦ ਸੀ, ਮੇਰੀਆਂ ਅੱਖਾਂ ਦੇ ਅੱਗੇ ਹਨੇਰਾ ਸੀ, ਇਸ ਹਨੇਰੇ ਦਾ ਓਟ ਆਸਲਾ ਲੈ ਕੇ ਮੇਰੀਆਂ ਅੱਖਾਂ ਪਾਪ ਹੀ ਦੇਖਦੀਆਂ ਸੀ ਤੇ ਪਾਪ ਹੀ ਕਰਦੀਆਂ ਸੀ। ਕਾਟੇ ਸੋ ਪਾਪ ਤਿੰਨ ਨਰੋਂ ਕੇ, ਜੇ ਸਤਿਗੁਰ ਸਿਮਰੰਥ ਨਾਇਨ ਕੇ ਤਿਮਰ ਮਿਟੇ ਖਿਨ। ਉਸ ਸਤਿਗੁਰ ਦਾ ਸਿਮਰਨਾ ਕਰਿਆ ਜਾਵੇ, ਉਸ ਸਤਿਗੁਰ ਨੂੰ ਹਿਰਦੇ ਵਿੱਚ ਵਸਾਇਆ ਜਾਵੇ, ਜਿਸ ਸਤਿਗੁਰ ਦੇ ਨਾਲ ਜੁੜ ਕੇ ਅੱਖਾਂ ਦੇ ਉੱਪਰ ਜਿਹੜਾ ਹਨੇਰਾ, ਜਿਹੜੀ ਗਫਲਤ ਦੀ ਨੀਂਦ ਹੈ, ਜਿਹੜੀਆਂ ਅੱਖਾਂ ਹਨੇਰੇ ਦਾ ਓਟ ਆਸਰਾ ਲੈ ਕੇ ਪਾਪ ਹੀ ਦੇਖਦੀਆਂ ਤੇ ਪਾਪ ਹੀ ਕਰਦੀਆਂ, ਉਸ ਗੁਰੂ ਨਾਲ ਜੁੜਿਆ ਜਾਵੇ। ਉਹ ਗੁਰੂ ਅੰਦਰਲੇ ਹਨੇਰੇ, ਅੱਖਾਂ ਦੇ ਹਨੇਰੇ ਜਿਹੜੇ ਉਹ ਮਿਟਾ ਦਿੰਦਾ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਣ। ਖਿਣ ਦਾ ਆਖਰੀ ਅਰਥ ਹੈ ਗੁਰੂ ਨੂੰ ਅੱਖਾਂ ਤੋਂ ਗਫਲਤ ਦੀ ਨੀਂਦ ਹਟਾਉਣ ਵਾਸਤੇ ਸਮਾਂ ਜ਼ਿਆਦਾ ਨਹੀਂ ਲੱਗਦਾ। ਕਾਟੇ ਸੋ ਪਾਪ ਤਿੰਨ ਨਰੋਂ ਕੇ, ਗੁਰੂ ਰਾਮਦਾਸ ਜਿਨ ਪਾਇਓ। ਫਿਰ ਉੱਪਰ ਵਾਲੀ ਪੰਕਤੀ ਹੈ, ਅਸੁਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪੇ। ਫਿਰ ਉਹਦੇ ਅੰਦਰਲੇ ਜਿਹੜੇ ਅਸੁਰ ਹੈ, ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੈ, ਉਹ ਸਾਰੇ ਜਿਹੜੇ ਹੈ ਖਤਮ ਹੋ ਗਏ। ਔਰ ਰਾਮਕਲੀ ਕੀ ਵਾਰ ਦੇ ਵਿੱਚ ਮਹਾਰਾਜ ਫਰਮਾਉਂਦੇ ਹਨ ਕਿ ਗੁਰੂ ਰਾਮਦਾਸ ਜੀ ਇੰਨੇ ਸਮਰੱਥ ਹਨ ਕਿ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈਗੇ ਆ, ਮਾਰ ਕੱਢੇ ਤੁਧ ਸਾ ਪਰਵਾਰਿਆ। ਮਾਰ ਕੱਢੇ ਤੁਧ ਸਾ ਪਰਵਾਰਿਆ। ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ, ਇਹਨਾਂ ਦੇ ਪਰਿਵਾਰ, ਇਹਨਾਂ ਦਾ ਕੋੜਮਾ, ਇਹਨਾਂ ਦੀ ਪੂਰਾ ਜਿਹੜਾ ਖਾਨਦਾਨ ਹੈ, ਉਹਨਾਂ ਨੂੰ ਵਿੱਚੋਂ ਮਾਰ ਬਾਹਰ ਇਹਨਾਂ ਨੇ ਕੱਢ ਦਿੱਤਾ। ਮਹਾਰਾਜ ਫਰਮਾਉਂਦੇ, ਅਸੁਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪੇ। ਅੰਦਰਲੇ ਜਿਹੜੇ ਫਿਰ ਅਸੁਰ ਹਨ, ਜਿਹੜੇ ਦੈਂਤ ਹਨ, ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹਨ, ਇਹ ਖਤਮ ਹੋ ਗਏ, ਇਹ ਦੌੜ ਗਏ। ਲੇਕਿਨ ਹੋਏ ਕਿੱਦਾਂ? ਹੋਏ ਇਸ ਤਰ੍ਹਾਂ ਕਿ ਮਹਾਰਾਜ ਫਰਮਾਉਂਦੇ, ਗੁਰੂ ਰਾਮਦਾਸ ਜਿਨ ਪਾਇਓ। ਜਿਨੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ। ਆਖਰੀ ਪੰਕਤੀ, ਛਤਰ ਸਿੰਘਾਸਨ ਪਿਰਥਮੀ, ਗੁਰ ਅਰਜਨ ਕਉ ਦੇ ਆਇਓ। ਛਤਰ ਸਿੰਘਾਸਨ ਪਿਰਥਮੀ। ਪਿਰਥਮੀ ਦਾ ਆਖਰੀ ਅਰਥ ਹੈ ਧਰਤੀ। ਧਰਤੀ ਦਾ ਜਿਹੜਾ ਸਿੰਘਾਸਨ ਹੈ, ਧਰਤੀ ਦਾ ਜਿਹੜਾ ਚੰਦੋਵਾ ਹੈ, ਜਿਹਨੂੰ ਰਾਮਕਲੀ ਕੀ ਵਾਰ ਦੇ ਵਿੱਚ ਫਰਮਾਉਂਦੇ ਹਨ, ਤਖਤ ਬੈਠਾ ਅਰਜਨ ਗੁਰੂ। ਇੱਕ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ, ਜਦੋਂ ਅਸੀਂ ਰਾਮਕਲੀ ਕੀ ਵਾਰ ਪੜ੍ਹਦੇ ਨਾ, ਉੱਥੇ ਜਿਹੜਾ ਅਰਜਨ ਸ਼ਬਦ ਗੁਰੂ ਅਰਜਨ ਦੇਵ ਜੀ ਲਿਖਿਆ, ਉਹਨਾਂ ਦੇ ਜੱਜੇ ਥੱਲੇ ਔਂਕੜ ਨਹੀਂ ਹੈ। ਕੁੱਲ 20 ਵਾਰ ਸ਼ਬਦ ਜਿਹੜਾ ਅਰਜੁਨ ਹੈ ਗੁਰੂ ਜੀ ਬਾਰੇ ਆ ਰਿਹਾ, ਗੁਰੂ ਗ੍ਰੰਥ ਸਾਹਿਬ ਵਿੱਚ 20 ਵਾਰ ਆ ਰਿਹਾ। ਇੱਕ ਵਾਰ ਸ਼ਬਦ ਆ ਰਿਹਾ ਆਪਣੇ ਰਾਮਕਲੀ ਕੀ ਵਾਰ ਵਿੱਚ, ਬਾਬਾ ਸੱਤਾ ਜੀ ਤਖਤ ਬੈਠਾ ਅਰਜਨ, ਉੱਥੇ ਅਰਜਨ ਸ਼ਬਦ ਹੈ। ਔਰ ਉਸ ਤੋਂ ਬਾਅਦ 19 ਵਾਰ ਜਿਹੜਾ ਸ਼ਬਦ ਪਟ ਸਹਿਬਾਨ ਇਸਤੇਮਾਲ ਕਰ ਰਹੇ ਆ, ਔਰ ਪਟ ਸਹਿਬਾਨ
हर वारी जज्जे के थले औंकड़ दे नाल उहदा उचारण जिहड़ा वो कर रहे हैं। जिस तरह इत्थे लिखिया होया, छत्र सिंघासन पिरथमी गुर अर्जुन कऊ दे आयो, गुर अर्जुन कऊ दे आयो। लेकिन उत्थे जिहड़ा शब्द है रामकली की वार दे जिहड़ी आखिरी पौड़ी है, चारे जागे चौं जुगी पंचायन आपे हुआ, उहदे विच पंक्ति आउंदी है, तख्त बैठा अर्जन गुरु सतगुर का खिवे चंदोवा, उग वनोह ते आथ वनो चौचक्की कियन लोआ, चौचक्की कियन लोवा। गुरु अर्जुन देव जी महाराज दा प्रताप, गुरु अर्जुन देव जी महाराज दा प्रकाश सूरज दे चढ़न तो लैके ते सूरज दे डुबण तक है। उगवनो ते आथवनो चौचक्की कियन, और चारां दिशावां दे विच गुरु अर्जुन देव जी महाराज दा जिहड़ा रूहानियत दा प्रकाश है ना वो पसरिया होया। छत्र सिंघासन पिरथमी गुरु अर्जुन कऊ दे आयो, ते जदों तन तन गुरु अर्जुन देव जी महाराज सिंघासन ते बैठदे आ ना, ते फिर पट साहबानां नूं कहना पिया, पन मथरा कछ भेद नहीं, गुर अर्जुन परतख हर। गुरु अर्जुन देव जी महाराज परमात्मा दा ही कहंदे रूप हैं। मैं इत्थे एक बेनती करना चाहांगा, जदों असी गुरु सहबानां नूं एक शरीरक तल ते देखदे आ ते फिर साध संगत जी वो खेड नहीं बनती। जदों असी गुरु सहबानां नूं परिपूर्ण परमात्मा दा रूप ही देखदे आ, बड़े प्रमाण हैं जी गुरु ग्रंथ साहिब विच। गुरु अर्जुन देव जी जदों गुरु नानक देव जी की सिफत करते हैं ना, तो महाराज कहते हैं कि गुरु नानक देव जी पार ब्रह्म का ही कहते रूप है, पार ब्रह्म का ही कहते रूप है। अपने सवैयां दे विच उन्हां दी सिफत करते हैं। मैं जी बेनती, और गुरु अर्जुन देव जी का अपना भी बचन है, गुरु गुरु गुर कर मन मोर, गुरु बिना मैं ना ही होर। उहदे विच पंक्ति आउंदी है, गुर परमेसर एको जान। गुरु ते परमात्मा दे विच रंचक जिन्ना भी फर्क नहीं है, गुर परमेसर एको जान। भाई गुरदास जी भी कहते एक बाबा अकाल रूप, गुरु नानक देव जी महाराज परमात्मा दा ही रूप हैं। परिपूर्ण परमात्मा जिहदा आकार निराकार है, उन्हें अपने आप नूं पंज तत्तां दे विच लिया के आकार रूप बनाया, ते उस आकार दा नाम गुरु नानक देव जी है। एक बाबा अकाल रूप, दूजा रबाबी मरदाना, छत्र सिंघासन पिरथमी गुरु अर्जुन कऊ दे आयो। इहदे थल्ले ना अखीर दे विच गिनती लिखी है, ते गिनती दा जोड़ कीता 143। थोड़ा जिहा उहदे बारे, पहला गिनती आउंदी है 2। 2 गिनती का अर्थ है कि जेडे हरबंस साहिब पट हरबंस साहिब के जेडे 2 सवैये उन्हां दी गिनती है। फिर उस तो बाद गिनती आउंदी है 21। 21 का मतलब कि गुरु अर्जुन देव जी महाराज की अपनी सिफत विच कुल सवैयां की गिनती जिहड़ी है वो सारे पट साहिबानां दे वालों 21 है। फिर गिनती आउंदी है 9। ये 9 गिनती आउंदी है सवैये श्री मुख वाक महला पंजवां दे जिहड़े पहले सवैये हैं उन्हां दी 9। फिर उस तो बाद गिनती आउंदी है 11। ये भी गुरु अर्जन देव जी के दूसरे पड़ाव दे विच जिहड़े सवैये उन्हां दी गिनती आ रही है 11। फिर 10 ते 10 10 सवैये पट साहिबानां वालों गुरु नानक देव जी महाराज की सिफत विच, अगले 10 सवैये गुरु अंगद देव जी महाराज की सिफत विच। फिर 22 सवैये गुरु अमरदास जी महाराज की सिफत विच गिनती आ रही। फिर 60 गिनती आ रही, 60 सवैये धन धन गुरु रामदास जी महाराज की सिफत विच। और मैं हैरान हुन्ना जदों मैं 60 की गिनती देखदा भी पट साहिबानां ने बकमाल गुरु रामदास जी बारे टोटल सवैये पट्टां दे 123 है, तो जिन्हां चों 60 सवैये सिर्फ उन्होंने गुरु रामदास जी सिफत विच उचारे। और आखिरी फिर कुल इन्हां दा जोड़ आ रहा 143। 143 का मतलब है जितने सवैये गुरु अर्जुन देव जी महाराज दे और पट साहिबानां दे कुल जोड़ जिहड़ा इन्हां दा 143 है। भाई साहब जी बेनती कर रहे सीगे, मैं उहदे ते थोड़ा जिहा विचार करना चाहांगा, 1 मिनट ज़्यादा नहीं लवांगा। भाई साहब जी कह रहे सी इस्लाम धर्म तो सानू सीखना चाहिए। चलो वो तो भाई साहब ने गल कहती है, बहुत वधिया गल।
दूजी गल मेरियां धीआं भी सिख लैन, उन्हां दियां बीबियां ने अज तक सिर तो चुन्नी नहीं लाई। ये भी गल असीं सिखीए। साडियां चुन्नियां कित्थे गईयां? साडियां चुन्नियां गईयां मोढे ते चुन्नी लई है, वाल नंगे है, ते जदों तुरदे आ ते असीं सड़क ते भारी फेरदे आ, बौकर फेरदे आ। ये साडे हालात बहुत कुछ सिख कौम ने बड़ी जल्दी थोड़े समय दे विच विसार दिता। सानू वापस मुड़ना पेगा। जे वापस ना मुड़े ते माफ करना, मैं जिहड़ी गल कहन लगा आप जी नू चुभेगी। आउण वाला समा साडे बच्चियां दे वास्ते ते साडियां धीआं दे वास्ते जिहड़ा ना वो सार्थक नहीं होवेगा। इन्नियां को बेनतियां प्रवान करनियां, होईयां भुल्लां चुकां खिमा करनियां। गुरुद्वारा साहिब दी प्रबंधक कमेटी दा तह दिलों धन्नवाद। भाई साहब भाई रणजीत सिंह जी सिंह साहिबान इत्थों दे हैड ग्रंथी, तिन्हां दा तह दिलों धन्नवाद। आईयां होईयां संगतां दा तह दिलों धन्नवाद ते गुरु ग्रंथ साहब जी महाराज दा कोटान कोट धन्नवाद है, जो दास नू निमाने नू बख्शिश करदे हन और आप प्यारियां संगतां दे दर्शन करन वास्ते दिल्ली दी धरती ते बुलाउंदे हन। होईयां भुल्लां चुकां खिमा करनियां। वाहिगुरू जी का खालसा, वाहिगुरू जी की फतेह।